आदमी पार्टी का एक बयान आया है। आम आदमी पार्टी ने कहा है कि गवर्नर ने 2 दिन पहला इजाजत दी सी ते उपरों फोन आया तो इजाजत वापस ले ली। ये गल आम आदमी पार्टी ने कही। आम आदमी पार्टी का बयान है कि एक पासे संविधान है, दूजे पासे ऑपरेशन लोटस है और जिस तरीके का फैसला पंजाब के गवर्नर ने लिया है उन्होंने कहा कि फिर ते लोकतंत्र खत्म है। ये गल आम आदमी पार्टी वालों कही गई है। उन्होंने कहा कि कैबिनेट वालों सदे इजलास नूं गवर्नर किवें रद्द कर सकते हैं। जे अजिहा है तो फिर लोकतंत्र खत्म है। पंजाब के राजपाल ने 2 दिन पहला इसकी इजाजत दी सी तो हुण क्यों वापस ले ली गई, क्यों रद्द कर दिता गया? ये गल आम आदमी पार्टी वालों कही गई है। आम आदमी पार्टी का ये बयान आया है, बड़ा बयान आया है आम आदमी पार्टी का। पंकज कपाही साडे सहयोगी जुड़ रहे हैं, एक बार रुक कर लेने। पंकज, आम आदमी पार्टी का भी रिएक्शन आ गया। वो कह रहे हैं कि पहला इजाजत दी गई, हुण वापस ले ली है तो फिर लोकतंत्र खत्म है। बिल्कुल बिल्कुल आम आदमी पार्टी का पहला रिएक्शन अरविंद केजरीवाल के वल्लों आया और 8:30 बजे जिहड़ा वह हुण प्रेस कॉन्फ्रेंस मंत्री जिहड़े अमन अरोड़ा ने उन्हां वल्लों रखी गई है और यह कहा जा रहा है कि संविधान दी हत्या वै, लोकतंत्र दी हत्या वै और दूजे पासे ऑपरेशन लोटस है। क्योंकि विरोधी धिर दे आगुआं वल्लों यह शिकायत की गई सी, प्रताप सिंह बाजवा वल्लों यह शिकायत की गई सी। उस तो बाद ये फैसला जिहड़ा राजपाल वल्लों लिता गया था। प्रताप सिंह बाजवा होरां दे नाल गलबात कर लैंदे। बाजवा साहब, तुसी तैयारी कर रहे थे सवेरे 10:30 बजे तय करना सी, जाना है नहीं जाना, बीजेपी ने विरोध दर्ज कर दिता गया सीगा, लेकिन राजपाल दे इस फैसले नूं जदों तुसी शिकायत कीती सीगी, सब तो पहला फर्स्ट रिएक्शन तुसी किस तरीके नाल देखदे हो? देखो, मैं सारिਆਂ ਨੂੰ पहले राजपाल साहब ਦੇ फैसले ਨੂੰ ਵੈਲਕਮ ਕਰਨਾ। ਇੱਕ ਹਿਸਟੋਰਿਕ ਫੈਸਲਾ ਹੈ ਪਨਵਾਰੀ ਲਾਲ ਪ੍ਰੋਹਿਤ ਜੀ ਦਾ। ਇਹ ਆਮ ਆਦਮੀ ਪਾਰਟੀ ਨੇ ਸਾਰੇ ਕਾयदे ਕਾਨੂੰਨ ਛਿੱਕੇ ਟੰਗ ਦਿੱਤੇ। ਕੋਈ ਰੂਲਸ ਰੈਗੂਲੇਸ਼ਨਸ ਪ੍ਰੋਸੀਜਰ ਆਫ ਅਸੈਂਬਲੀ ਜਿਹੜੀ ਹੈ ਉਹ ਲਾਅ ਹੀ ਨਹੀਂ ਕਰਦੇ। ਕੱਲਾ ਇਹ ਆਪੋਜੀਸ਼ਨ ਪਾਰਟੀ ਨੋ ਕੌਨਫੀਡੈਂਸ ਲੈ ਕੇ ਆ ਸਕਦੀ। ਪੰਜਾਬ ਦੇ ਵਿੱਚ 17 ਸਾਲਾਂ ਚ ਜਦੋਂ ਦੀ ਅਸੈਂਬਲੀ ਬਣੀ 1952 ਤੋਂ ਲੈ ਕੇ ਇੱਕ ਵਾਰ ਵੀ ਇਹ ਨਹੀਂ ਹੋਇਆ। देयर इज नो प्रोविजन बाय द बुक। ਕੋਈ ਇਹ ਬਿਲਕੁਲ ਉਲੰਘਣਾ ਕੀਤੀ ਜਾ ਰਹੀ ਸੀ। ਐਂਡ ਰਾਜਪਾਲ ਸਾਹਿਬ ਨੇ ਜੋ ਇਹ ਕੀਤਾ ਇੰਸਟੀਟਿਊਸ਼ਨ ਨੂੰ ਬਚਾਇਆ ਤਬਾਹ ਹੋਣ ਤੋਂ, ਕਿਉਂਕਿ ਇਹ ਜਿੰਨੇ ਆਪ ਵਾਲੇ ਅਨਾਕਿਸਟ ਨੇ। ਯੂ ਮਸਟ ਅੰਡਰਸਟੈਂਡ ਇਹ ਅਨਾਕਿਸਟ ਹੈ ਨੇ। ਇਹ ਸਾਰੇ ਹਿੰਦੁਸਤਾਨ ਦੇ ਇੰਸਟੀਟਿਊਸ਼ਨ ਨੂੰ ਤਬਾਹ ਕਰਨ ਤੇ ਤੁਲੇ ਹੋਏ ਨੇ। ਜੋ ਇਹਨਾਂ ਦੀ ਸਰਕਾਰ 6 ਮਹੀਨਿਆਂ ਚ ਇੱਥੇ ਕਰ ਰਹੀ ਹੈ, ਤੁਸੀਂ ਵੇਖੋ, ਭਾਵੇਂ ਮਾਈਨਿੰਗ ਨੂੰ ਲੈ ਲਈਏ, BSF supported by the Indian Army and endorsed by the Honorable High Court, ਇਹਨਾਂ ਦੀ ਮਾਈਨਿੰਗ ਤੇ ਕੀ ਵੇਖੋ ਤੁਸੀਂ, ਦੇਸ਼ ਧਰੋਹ ਦੇ ਇਲਜ਼ਾਮ ਲੱਗੇ ਨੇ। ਇਹਨਾਂ ਦੀ ਸ਼ਰਾਬ ਦੀ ਪਾਲਿਸੀ ਜਿਹੜੀ ਹੈ ਕਿੱਡੇ ਵੱਡੇ ਪੈਮਾਨੇ ਤੇ ਇਹਨਾਂ ਨੇ ਲੁੱਟ ਖਸੁੱਟ ਦਿੱਲੀ ਚ ਕੀਤੀ ਤੇ ਹੁਣ ਪੰਜਾਬ ਚ ਕਰਨ ਦੀ ਕੋਸ਼ਿਸ਼ ਕਰ। ਅਰਵਿੰਦ ਕੇਜਰੀਵਾਲ ਦਾ ਜੋ ਫਸਟ ਰਿਐਕਸ਼ਨ ਆਇਆ, ਕਹਿ ਰਹੇ ਨੇ ਕਿ ਆਪਰੇਸ਼ਨ ਲੋਟਸ ਇੱਕ ਪਾਸੇ ਸੀ, ਦੂਸਰੇ ਪਾਸੇ ਲੋਕਤੰਤਰ ਦਾ ਕਤਲ ਕਰ ਦਿੱਤਾ ਗਿਆ। ਅਰਵਿੰਦ ਕੇਜਰੀਵਾਲ ਸਾਹਿਬ ਨੂੰ ਮੈਂ ਪੁੱਛਣਾ ਚਾਹਨਾ, ਤੁਸੀਂ ਲੋਕਤੰਤਰ ਦੇ ਵਿੱਚ ਫੇਥ ਰੱਖਦੇ ਹੋ, ਵਿਸ਼ਵਾਸ ਰੱਖਦੇ ਹੋ? ਜੋ ਤੁਸੀਂ ਅੱਜ ਪੰਜਾਬ ਦੇ ਵਿੱਚ ਪ੍ਰੈਸ ਨੂੰ ਕੰਟਰੋਲ ਕਰਕੇ ਆਪੋਜੀਸ਼ਨ ਦੀ ਆਵਾਜ਼ ਨੂੰ ਦਬਾ ਕੇ ਤੋਂ ਜਿਸ ਕਿਸਮ ਦਾ ਤੁਸੀਂ ਇੱਥੇ ਇੱਕ ਸਿਸਟਮ ਚਲਾਇਆ ਪੰਜਾਬ ਦੇ ਵਿੱਚ, ਤੁਸੀਂ ਤੇ ਤਹਿਸ ਨਹਿਸ ਕਰਤਾ ਸਾਰਾ। ਅੱਜ ਚੰਡੀਗੜ੍ਹ ਯੂਨੀਵਰਸਿਟੀ ਦਾ ਹਾਲ ਵੇਖੋ, ਅੱਜ ਲਵਲੀ ਯੂਨੀਵਰਸਿਟੀ ਦਾ ਹਾਲ ਵੇਖੋ, ਕਿਸੇ ਬੰਦੇ ਤੇ ਤੁਸੀਂ ਡਰੱਗਸ ਦਾ ਵੇਖੋ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵੇਖੋ। ਇਹਨਾਂ ਦੇ ਭਗਵੰਤ ਸਿੰਘ ਮਾਨ ਨੇ ਜੋ ਜਲੂਸ ਕਢਾਇਆ ਹਿੰਦੁਸਤਾਨ ਦਾ ਤੇ ਪੰਜਾਬ ਦਾ ਜਰਮਨੀ ਜਾ ਕੇ, ਜਿਸ ਚੀਫ ਮਿਨਿਸਟਰ ਨੂੰ ਆਫਲੋਡ ਕੀਤਾ ਗਿਆ ਹੋਏ, ਇਹ ਕੀ ਕਹਿੰਦੇ ਕਿਹੜੇ ਇੰਸਟੀਟਿਊਸ਼ਨ ਦੀ ਗੱਲ? ਅਰਵਿੰਦ ਕੇਜਰੀਵਾਲ ਸ਼ਿਕਾਇਤ ਤੁਹਾਡੇ ਵੱਲੋਂ ਦਰਜ ਕੀਤੀ, ਤੁਸੀਂ ਰਾਜਪਾਲ ਨੂੰ ਚਿੱਠੀ ਲਿਖੀ ਸੀਗੀ, ਤੁਸੀਂ ਕੀ ਕਿਹਾ ਸੀਗਾ? ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਇੰਸਟੀਟਿਊਸ਼ਨਸ ਤਬਾਹ ਕਰ ਰਹੇ ਨੇ, ਕੋਈ ਰੂਲ ਕੋਈ ਰੈਗੂਲੇਸ਼ਨ ਅਸੈਂਬਲੀ ਦਾ ਅਲਾਉ ਨਹੀਂ ਕਰਦਾ, ਸਮਨਿੰਗ ਆਫ ਅ ਸੈਸ਼ਨ, ਨੋ ਕੌਨਫੀਡੈਂਸ ਦਾ ਵੋਟ ਲੈਣ ਦਾ। ਇਹਨਾਂ ਕੋਲ ਪੂਰਾ ਵੋਟ ਹੈ। ਕਿਸੇ ਆਪੋਜੀਸ਼ਨ ਪਾਰਟੀ ਨੇ ਡਿਮਾਂਡ ਨਹੀਂ ਕੀਤੀ ਇਹਦੇ ਚ ਪੈਸਾ ਸਾਡੇ 1 ਕਰੋੜ ਰੁਪਇਆ ਕੱਲ ਲੱਗਣਾ, ਤਬਾਹ ਹੋ ਜਾਣਾ। ਇਹ ਨਿਰੀ ਇੱਕ ਡਰਾਮੇਬਾਜ਼ੀ। 1400 ਕਰੋੜ ਪੰਜਾਬ ਚ ਆ ਚੁੱਕਾ ਹੋਇਆ, 25 ਕਰੋੜ ਰੁਪਏ ਨਹੀਂ, 1400 ਕਰੋੜ ਵਾਸਤੇ ਨਵਾਂ ਸੈਸ਼ਨ ਬੁਲਾਉਣ ਦੀ ਲੋੜ ਹੈ। 1400 ਕਰੋੜ ਦਾ ਕਿਹੜਾ ਨਵਾਂ ਪੈਸਾ ਆਇਆ? ਉਹ ਤੇ ਬਾਹਰੋਂ ਤੁਸੀਂ ਲੋਨ ਦੀ ਗੱਲ ਕਰਦੇ ਹੋ, ਤੁਸੀਂ ਉਹਦੀ ਗੱਲ ਕਰਦੇ ਹੋ ਲੋਨ ਦੀ। ਉਹ ਤੇ ਲੋਨ ਚੁੱਕੇ ਆ ਜੀ। ਅੱਗੇ ਪੰਜਾਬ ਦੇ ਉੱਤੇ ਕਰਜ਼ਾ ਥੋੜਾ ਹੋਰ ਚੁੱਕ ਲਿਆ ਤੇ ਕਹਿੰਦੇ ਅਸੀਂ ਕਰਜ਼ਾ ਹੀ ਕੋਈ ਨਹੀਂ ਚੁੱਕਣਾ ਜੀ। ਵੇਖੋ ਪੰਕਜ ਜੀ, ਆਪਾਂ ਗੱਲ ਕਰੀਏ ਅਸੂਲ ਦੀ, ਬੇਅਸੂਲੇ ਲੋਕ ਨੇ, ਤਜਰਬਾ ਇਹਨਾਂ ਨੂੰ ਹੈ ਕੋਈ ਨਹੀਂ, ਪੜ੍ਹੇ ਲਿਖੇ ਬਹੁਤ ਲੰਬਾ ਤਜਰਬਾ। ਕਦੀ ਅਜਿਹਾ ਹੋਇਆ ਕਿ ਰਾਜਪਾਲ ਸਰਕਾਰ, ਤੁਸੀਂ ਸਰਕਾਰਾਂ ਚਲਾਈਆਂ, ਸਰਕਾਰਾਂ ਦਾ ਹਿੱਸਾ ਰਹੇ ਹੋ, ਕਦੀ ਹੋਇਆ ਕਿ ਸਰਕਾਰ ਨੇ ਸੈਸ਼ਨ ਬੁਲਾਇਆ ਹੋਵੇ ਔਰ ਰਾਜਪਾਲ ਮਨਾ ਕਰਦੇ? ਕਦੀ ਇਤਿਹਾਸ 'ਚ ਹੋਇਆ? ਕਦੀ ਇਹ ਚੀਜ਼? ਕਦੀ ਇਤਿਹਾਸ 'ਚ ਤਾਂ ਨਹੀਂ ਹੋਇਆ
ਕਿ ਜਿੰਨੀਆਂ ਪਹਿਲੇ ਦੀਆਂ ਸਰਕਾਰਾਂ ਰਹੀਆਂ ਨੇ ਕਦੀ ਵੀ ਉਹਨਾਂ ਸਰਕਾਰਾਂ ਨੇ ਇਹੋ ਜਿਹਾ ਅਨਕਨਸਟੀਟਿਊਸ਼ਨਲ ਕਦੇ ਵੀ ਨਹੀਂ ਉਠਾਇਆ। ਜੇ ਰੂਲ ਪਰਮਿਟ ਕਰਨਗੇ ਤਾਂ ਹੀ ਹੋ ਸਕਦਾ ਨਾ ਸੈਸ਼ਨ, ਜੇ ਰੂਲਸ ਹੀ ਪਰਮਿਟ ਨਹੀਂ ਕਰਦੇ। ਮੇਰਾ ਓਪਨ ਚੈਲੰਜ ਹੈ ਇਹਨਾਂ ਦੀ ਲੀਡਰਸ਼ਿਪ ਨੂੰ, ਤੁਸੀਂ ਐਸਟੈਬਲਿਸ਼ ਕਰੋ ਕਿ ਕਿਹੜਾ ਰੂਲ ਜਿਹੜਾ ਹੈ ਅਕੋਰਡਿੰਗ ਟੂ ਦੀ ਰੂਲ ਬੁੱਕ ਆਫ ਪ੍ਰੋਸੀਜਰਸ ਜਿਹੜੇ ਨੇ ਪੰਜਾਬ ਅਸੈਂਬਲੀ ਦੇ ਐਸਟੈਬਲਿਸ਼ ਕਰਨ ਅੰਡਰ ਵਾਟ ਰੂਲ ਹੈਵ ਦੇ ਕਾਲਡ ਦਿਸ ਸੈਸ਼ਨ। ਇਟ ਇਜ਼ ਇਲੀਗਲ, ਇਟ ਇਜ਼ ਐਂਟੀ ਡੈਮੋਕ੍ਰੈਟਿਕ। ਜੋ ਕੁਝ ਰਾਜਪਾਲ ਸਾਹਿਬ ਨੇ ਕੀਤਾ, ਮੈਂ ਸਮਝਦਾ ਇੰਸਟੀਟਿਊਸ਼ਨ ਨੂੰ ਬਚਾ ਲਿਆ, ਨਹੀਂ ਤੇ ਛਿੱਕੇ ਟੰਗਤਾ ਸੀ। ਦਿੱਲੀ ਦੇ ਵਿੱਚ ਤਾਂ ਐਲਜੀ ਨੇ ਮਨਜ਼ੂਰੀ ਦਿੱਤੀ ਸੀ, ਦਿੱਲੀ ਵਿੱਚ ਕੁਝ ਦਿਨ ਪਹਿਲਾਂ ਇਸੇ ਤਰੀਕੇ ਨਾਲ ਉਹਨਾਂ ਨੇ ਕਿਹਾ ਆਪਰੇਸ਼ਨ ਦਿੱਲੀ ਦੇ ਵਿੱਚ ਜਿਹੜਾ ਲੋਟਸ ਸੀਗਾ, ਆਪਰੇਸ਼ਨ ਲੋਟਸ, ਉਸ ਨੂੰ ਫੇਲ ਕਰ ਦਿੱਤਾ। ਸਾਰੇ ਵਿਧਾਇਕ ਕੱਟਰ ਇਮਾਨਦਾਰ ਆ ਔਰ ਇੱਕ ਵਿਧਾਇਕ ਸਾਡੇ ਨਾਲ ਹੈ, ਟੁੱਟਣ ਵਾਲਾ ਨਹੀਂ, ਕਾਂਗਰਸ ਵਾਂਗੂ ਨਹੀਂ ਕਿ ਗੋਆ ਚ ਤੋੜਤੇ, ਦੂਸਰੇ ਸੂਬਿਆਂ ਚ ਤੋੜ ਦਿੱਤੇ। ਉਹ ਕੱਟੜ ਇਮਾਨਦਾਰ ਨਹੀਂ, ਕੱਟੜ ਬੇਈਮਾਨ ਨੇ, ਕੱਟੜ ਬੇਈਮਾਨ। ਮੇਰੀ ਗੱਲ ਸੁਣ ਲਓ, ਟਕਾ ਕੇ ਲੁੱਟਿਆ ਦਿੱਲੀ ਨੂੰ, ਟਕਾ ਕੇ ਲੁੱਟਣਗੇ ਪੰਜਾਬ ਨੂੰ। ਦਿੱਲੀ ਲੁੱਟ ਕੇ ਪੰਜਾਬ ਤੇ ਕਾਬਜ਼ ਹੋਏ ਨੇ, ਪੰਜਾਬ ਨੂੰ ਲੁੱਟ ਕੇ ਇਹ ਹਿਮਾਚਲ ਤੇ ਗੁਜਰਾਤ ਤੇ ਕਾਬਜ਼ ਹੋਣਾ ਚਾਹੁੰਦੇ ਨੇ। ਕੋਈ ਇਹਨਾਂ ਦੇ ਵੇਖੋ ਮਾਈਨਿੰਗ 'ਚ 8000 ਰੁਪਏ ਸੈਂਕੜੇ ਅੱਜ ਰੇਤ ਹੋ ਗਈ ਹੈ, ਕਿਸੇ ਕੋ ਕੰਮ ਹੈ ਨਹੀਂ, ਕਰੋੜਾਂ ਰੁਪਏ ਲੁੱਟੇ ਜਾ ਰਹੇ ਨੇ। ਪਰ ਕਹਿੰਦੇ ਸਾਡੇ ਵਿਧਾਇਕ ਵਿਕਣ ਵਾਲੇ ਨਹੀਂ, 25 ਕਰੋੜ ਹੋਵੇ ਕੁਝ ਹੋਵੇ, ਸਾਡੇ ਵਿਧਾਇਕ ਨਹੀਂ ਵਿਕਦੇ, ਨਾ ਦਿੱਲੀ ਵਿਕੇ ਨਾ ਪੰਜਾਬ ਵਿਕਣਗੇ। ਮੇਰਾ ਓਪਨ ਚੈਲੰਜ ਹੈ, ਜਿੱਦਣ ਬੀਜੇਪੀ ਦਾ ਜਹਾਜ਼ ਆ ਕੇ ਲੱਗਾ, ਇਹ ਭਗਵੰਤ ਮਾਨ ਹੀ ਇਹਨਾਂ ਦੇ ਏਕਨਾਥ ਸ਼ਿੰਦੇ ਬਣ ਜਾਣਾ। ਆ ਮੇਰੀ ਇਹ ਗੱਲ ਨੋਟ ਕਰ ਲਓ, ਜਿੱਦਣ ਉਹ ਖਰੀਦਣ ਤੇ ਆ ਗਏ ਸਾਰਾ ਇਹਨਾਂ ਦਾ ਸਮਾਨ ਜਹਾਜ਼ ਤੇ ਚੜ੍ਹਨ ਨੂੰ ਤਿਆਰ ਹੈ। ਇਹ ਗੱਲ ਇਹ ਗਲਤਫਹਿਮੀ ਦਾ ਸ਼ਿਕਾਰ ਨਾ ਰਿਓ, ਅਜੇ ਤੱਕ ਇਹਨਾਂ ਨੂੰ ਕਿਸੇ ਨੇ ਆਫਰ ਹੀ ਕੁਝ ਨਹੀਂ ਕੀਤਾ। ਇਹ ਆਫਰ ਹੁੰਦੀ ਤੇ ਹੁਣ ਤੱਕ ਸਾਰੇ ਕਿਤੇ ਨਾ ਕਿਤੇ ਪਹੁੰਚੇ ਹੁੰਦੇ। ਲੇਕਿਨ ਉਹਨਾਂ ਨੇ ਸਬੂਤ ਤਾਂ ਡੀਜੀਪੀ ਨੂੰ ਦੇ ਦਿੱਤੇ, ਕਹਿੰਦੇ ਆਡੀਓ ਹੈ। ਨਹੀਂ, ਸਬੂਤ ਦੇ ਵਿੱਚ ਟੈਲੀਫੋਨ ਨੰਬਰਸ, ਕਿਹੜੇ ਬੀਜੇਪੀ ਦੇ ਲੀਡਰ ਨੇ, ਕਦੋਂ ਇਹਨਾਂ ਦੇ ਨਾਲ ਕੀ ਕਹਿੰਦੇ ਇਨ ਟੱਚ ਹੋਏ, ਕਿਹੜਾ ਲੀਡਰ ਹੋਇਆ। ਕਾਨੂੰਨੀ ਜਾਂਚ ਚੱਲ ਰਹੀ, ਇਸ ਕਰਕੇ ਅਸੀਂ ਜਿਹੜਾ ਬਾਕੀਆਂ ਨੂੰ ਜਦੋਂ ਗ੍ਰਿਫਤਾਰ ਕਰਨਾ ਉਦੋਂ ਤੋਂ ਕਾਨੂੰਨੀ ਜਾਂਚ ਦਾ ਕਦੀ ਧਿਆਨ ਹੀ ਨਹੀਂ ਹੁੰਦਾ ਇਹਨਾਂ ਦਾ। ਉਹ ਤੇ ਓਵਰਨਾਈਟ 3 ਵਜੇ ਵੀ ਕਹਿੰਦੇ ਹੀ ਫੜ ਲਿਆ ਨੇ ਕਿ ਹੁਣ ਜਾ ਕੇ, ਕਿਉਂਕਿ ਬੀਜੇਪੀ ਸਾਹਮਣੇ ਜਾਣ ਹੈ ਨਹੀਂ ਇਹਨਾਂ 'ਚ। ਮੈਂ ਤੇ ਅੱਗੇ ਗੱਲ ਕਹੀ ਸੀ ਭਗਵੰਤ ਸਿੰਘ ਮਾਨ ਨੂੰ ਕਿ ਜਿਹੜੇ ਕਾਂਗਰਸ ਛੱਡ ਕੇ ਭਾਜਪਾ ਚਲੇ ਗਏ ਨੇ, ਕੋਈ ਮੈਕਸੀਕੋ ਦਾ ਬਾਰਡਰ ਜਿਹੜੇ ਟੱਪ ਗਏ ਨੇ, ਤੇਰੇ ਜਾਣ ਹੈ ਨਹੀਂ ਇਹਨਾਂ ਤੇ ਐਕਸ਼ਨ ਲੈਣ ਦੀ। ਬੀਜੇਪੀ ਦੇ ਖਿਲਾਫ ਇਹਦੇ ਕੋਲ ਕੋਈ ਤਾਕਤ ਨਹੀਂ, ਕੋਈ ਜਾਣ ਨਹੀਂ। ਸੈਂਟਰਲ ਏਜੰਸੀਜ਼ ਇੱਥੇ ਐਕਸਾਈਜ਼ ਦੇ ਅਫਸਰਾਂ ਨੂੰ, ਰੂਜ਼ਮ ਦੇ ਘਰ ਤੇ ਉਹ ਦੂਜਾ ਜਿਹੜਾ ਇੱਕ ਹੋਰ ਹੈ ਦੂਬੇ ਦੇ ਘਰ ਰੇਡ ਮਾਰਨ, ਤੁਹਾਡਾ ਸੀਐਮ ਇੱਕ ਸ਼ਬਦ ਵੀ ਨਾ ਬੋਲੇ। ਪਾਲਿਸੀਜ਼ ਇਹਨਾਂ ਦੀਆਂ ਨੇ, ਇਹਨਾਂ ਦੀ ਪਾਲਿਸੀਜ਼ ਇੰਪਲੀਮੈਂਟ ਕਰਨ ਵਾਲੇ ਅਫਸਰਾਂ ਦਾ ਕਦੀ ਇਹਨਾਂ ਨੇ ਹਾਂ ਦਾ ਨਾਅਰਾ ਨਹੀਂ ਮਾਰਿਆ। ਇਹ ਕਸੀਦੇ ਗਾਏ, ਭਗਵੰਤ ਸਿੰਘ ਮਾਨ ਮੋਦੀ ਸਾਹਿਬ ਦੇ ਇੱਥੇ ਕਸੀਦੇ ਗਾਏ ਨੇ, ਕੋਈ ਪੰਜਾਬ ਦੀ ਡਿਮਾਂਡ ਨਹੀਂ ਰੱਖੀ। ਜੋ ਪ੍ਰਾਈਮ ਮਿਨਿਸਟਰ ਆਏ ਨੇ ਕਿਹਦੀ ਗੱਲ ਕਰਦੇ ਨੇ। ਵਿਜੇ ਪ੍ਰਤਾਪ ਸਿੰਘ ਬਾਜਵਾ ਨਿਊਜ਼ 18 ਤੇ ਸਭ ਤੋਂ ਪਹਿਲਾਂ ਜੁੜੇ, ਤੁਹਾਡਾ ਕੋਈ ਸਵਾਲ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਣਾ ਹੋਵੇ। ਪੰਕਜ, ਮੈਂ ਇਹ ਜਾਨਣਾ ਚਾਹਣਾ ਹੈ ਵੀ ਜੇ ਹੁਣ ਜਿਸ ਤਰੀਕੇ ਨਾਲ ਸੈਸ਼ਨ ਕੈਂਸਲ ਹੋ ਗਿਆ ਤਾਂ ਹੁਣ ਫਿਰ ਸਰਕਾਰ ਦੇ ਸਾਹਮਣੇ ਕੀ ਆਪਸ਼ਨਸ ਰਹਿ ਜਾਂਦੀਆਂ ਨੇ, ਕੀ ਕਿਸੇ ਤਰੀਕੇ ਦਾ, ਕਿਉਂਕਿ ਮੈਂ ਇਹ ਸਵਾਲ ਇਸ ਲਈ ਪੁੱਛ ਰਿਹਾ ਹਾਂ ਬਾਜਵਾ ਸਾਹਿਬ ਨੂੰ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਸੀ, ਕਈ ਵਾਰੀ ਉਹ ਬਾਹਰ ਚਲੀਆਂ ਜਾਂਦੀਆਂ ਸੀ ਜਾਂ ਸਪੀਕਰ ਵੱਲੋਂ ਕਹਿ ਦਿੱਤਾ ਜਾਂਦਾ ਸੀ ਇਹਨਾਂ ਨੂੰ ਬਾਹਰ ਕੱਢੋ, ਤਾਂ ਆਪਣਾ ਬਾਹਰ ਮੌਕ ਸੈਸ਼ਨ ਲਗਾ ਲੈਂਦੇ ਸੀ। ਕੀ ਐਸੀ ਆਪਸ਼ਨ ਹੈ? ਬਿਲਕੁਲ ਬਾਜਵਾ ਜੀ, ਇੱਕ ਤਾਂ ਦੋ ਵਿਜੇ ਦਾ ਇੱਕ ਸਵਾਲ ਮੇਰਾ ਵਾ ਕਿ ਹੁਣ ਤੁਹਾਡਾ ਅਗਲਾ ਸਟੈਪ ਕੀ ਰਹੇਗਾ, ਕਿਉਂਕਿ ਅਸੀਂ ਕੱਲ ਸੀਐਲਪੀ ਦੀ ਮੀਟਿੰਗ 10:30 ਵਜੇ ਜਿਹੜੀ ਚੱਲ ਰਹੀ ਸੀ ਉਹਨੂੰ ਬਕਾਇਦਾ ਤੌਰ ਬਰਕਰਾਰ ਰੱਖਿਆ। ਅਸੀਂ ਕੱਲ ਆਪੋਜੀਸ਼ਨ ਜਿਹੜੀਆਂ ਤੁਹਾਡੀਆਂ ਪ੍ਰੈਸ ਹੈ ਉਹਨੂੰ ਅਸੀਂ ਬਕਾਇਦਾ ਤੌਰ ਉਹਦੇ ਨਾਲ ਆਪਣੀ ਗੱਲਬਾਤ ਰੱਖਾਂਗੇ। ਸੀਐਲਪੀ ਦੀ ਮੀਟਿੰਗ ਵਿਧਾਨ ਸਭਾ ਦੇ ਅੰਦਰ ਹੋਈ, ਉੱਥੇ ਵਿਧਾਨ ਸਭਾ ਜੀ ਹੋਣੀ, ਹੋਰ ਕਿੱਥੇ ਸੱਦਣੀ ਹੈ, ਹੋਰ ਕਿਸੇ ਦੇ ਦਫ਼ਤਰ ਥੋੜਾ ਸੱਦਣੀ ਸੀ। ਦੂਸਰਾ ਵਿਜੇ ਦਾ ਸਵਾਲ ਹੈ ਕਿ ਸਰਕਾਰ ਕੋ ਆਪਸ਼ਨ ਕੀ ਹੈ, ਜਦੋਂ ਮਨਾ ਕਰਦਾ ਸਰਕਾਰ ਦੁਬਾਰਾ ਗਵਰਨਰ ਕੋ ਲਿਖੇਗੀ, ਸਰਕਾਰ ਕੋਰਟ ਜਾ ਸਕਦੀ ਹੈ, ਜਾਂ ਸਰਕਾਰ ਦਾ ਅਗਲਾ ਰੁਖ ਕੀ ਹੋ ਸਕਦਾ। ਤੁਸੀਂ ਸਰਕਾਰਾਂ ਚਲਾਈਆਂ, ਜਦੋਂ ਅਗਰ ਕੋਈ ਰਾਜਪਾਲ ਕਿਸੇ ਗੱਲ ਨੂੰ ਮਨਾ ਕਰਦਾ ਤਾਂ ਫਿਰ ਸਰਕਾਰ ਕੋ ਆਪਸ਼ਨ ਕੀ ਬਚਦੀ? ਇਹਨਾਂ ਕੋ ਆਪਸ਼ਨ ਬਚਦੀ ਕਿ ਜਾ ਕੇ ਲੁਫਥੈਂਜ਼ਾ ਦਾ ਜਿਹੜਾ ਉਹ ਬਣਿਆ ਹੈ ਉੱਥੇ ਜਾ ਕੇ ਚੁੱਪ ਹੋ ਕੇ ਬਹਿਣ, ਤੇ ਜਿਹੜਾ ਕੰਮ ਉੱਥੇ ਕਰਕੇ ਆਏ ਨੇ ਉਹ ਕੱਲ ਦਾ ਦਿਨ ਫੇਰ ਕਰਨੇ। ਹਾਂ, ਕਿਉਂਕਿ ਸੁਖਜਿੰਦਰ ਰੰਧਾਵਾ ਕਹਿੰਦੇ ਨੇ ਕਿ ਉਹਨਾਂ ਦੇ ਇੱਕ ਅਲੱਗ ਸੁਰ ਦੇਖਣ ਨੂੰ ਮਿਲੇ ਨੇ ਇਸ ਮਾਮਲੇ। ਮੈਨੂੰ ਨਹੀਂ ਇਸ ਗੱਲ ਦੇ। ਠੀਕ ਹੈ, ਤਾਂ ਪ੍ਰਤਾਪ ਸਿੰਘ ਬਾਜਵਾ ਨਿਊਜ਼ 18 ਤੇ ਜੁੜੇ। ਸਭ ਤੋਂ ਪਹਿਲਾਂ ਜਦੋਂ ਵਿਧਾਨ ਸਭਾ ਦਾ ਇਜਲਾਸ ਰਾਜਪਾਲ ਨੇ ਰੱਦ ਕਰ ਦਿੱਤਾ ਹੈ ਕਿ ਇਜਲਾਸ ਨਹੀਂ ਹੋਏਗਾ, ਇਹ ਸੰਵਿਧਾਨ ਕਹਿੰਦਾ, ਇਸ ਤਰੀਕੇ ਦੀ ਕਾਨੂੰਨੀ ਰਾਏ ਲਿੱਤੀ ਗਈ ਸੀ। ਔਰ ਹੁਣ ਸਰਕਾਰ 8:30 ਵਜੇ ਫਸਟ ਰਿਐਕਸ਼ਨ ਦੇਗੀ। ਜਿਹੜੀ ਅਰਵਿੰਦ ਕੇਜਰੀਵਾਲ ਦਾ ਰਿਐਕਸ਼ਨ ਆਇਆ, ਦਿੱਲੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਰਿਐਕਸ਼ਨ ਆਇਆ, ਉਹ ਕਹਿੰਦੇ ਇੱਕ ਪਾਸੇ ਆਪਰੇਸ਼ਨ ਲੋਟਸ ਸੀ, ਦੂਜੇ ਪਾਸੇ ਸੰਵਿਧਾਨ ਦੀ ਧੱਜੀਆਂ ਉਡਾਈਆਂ ਗਈਆਂ ਨੇ। ਵਿਜੇ, ਤਾਂ ਟਵੀਟ ਅਸੀਂ ਅਰਵਿੰਦ ਕੇਜਰੀਵਾਲ ਦਾ ਦਿਖਾ ਰਹੇ ਹਾਂ। ਬਹੁਤ ਬਹੁਤ ਧੰਨਵਾਦ ਪੰਕਜ ਜਿਸ ਗੱਲਬਾਤ ਦੇ ਲਈ। ਅਰਵਿੰਦ ਕੇਜਰੀਵਾਲ ਦਾ ਟਵੀਟ ਹੈ ਕਿ ਰਾਜਪਾਲ ਕੈਬਨਿਟ ਦੇ ਸੱਦੇ ਗਏ ਸੈਸ਼ਨ ਤੋਂ ਕਿਵੇਂ ਇਨਕਾਰ ਕਰ ਸਕਦਾ ਹੈ। ਫਿਰ ਤਾਂ
ਜਮਹੂਰੀਅਤ ਖਤਮ ਹੋ ਜਾਂਦੀ ਹੈ। 2 ਦਿਨ ਪਹਿਲਾਂ ਰਾਜਪਾਲ ਨੇ ਸੈਸ਼ਨ ਦੀ ਇਜਾਜ਼ਤ ਦਿੱਤੀ ਸੀ। ਜਦੋਂ ਆਪਰੇਸ਼ਨ ਲੋਟਸ ਫੇਲ ਹੋਣ ਲੱਗਾ ਤੇ ਨੰਬਰ ਪੂਰੇ ਨਹੀਂ ਹੋਏ ਤਾਂ ਉੱਪਰੋਂ ਇੱਕ ਕਾਲ ਆਈ ਜਿਸ 'ਚ ਇਜਾਜ਼ਤ ਵਾਪਸ ਲੈਣ ਲਈ ਕਿਹਾ ਗਿਆ। ਅੱਜ ਦੇਸ਼ ਵਿੱਚ ਇੱਕ ਪਾਸੇ ਸੰਵਿਧਾਨ ਹੈ ਤੇ ਦੂਜੇ ਪਾਸੇ ਆਪਰੇਸ਼ਨ ਲੋਟਸ। ਇਹ ਟਵੀਟ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕੀਤਾ ਗਿਆ ਹੈ।